ਜੇ ਤੁਹਾਡੇ ਆਪਣੇ ਪਿਓ ਦੇ ਮੂੰਹ ਤੇ ਕੋਈ ਸਿਗਰਟ ਸੁੱਟ ਕੇ ਚਲਾ ਜਾਵੇ ਤੁਸੀਂ ਕੀ ਕਰੋਗੇ? देखो दोषी नूं फड़ लेना ना फड़ लेना वो एक बात का विषय। सिख संगत कमज़ोर क्यों हुई? क्योंकि सिख संस्थावां कमज़ोर हो गई। ਜਥੇਦਾਰ ਸਾਹਿਬ ਕਹਿ ਰਹੇ ਨੇ ਕਿ ਜੇ ਮੇਰੇ ਅਸਤੀਫਾ ਦੇਣ ਨਾਲ ਬੇਅਦਬੀਆਂ ਰੁਕ ਜਾਣਗੀਆਂ ਤਾਂ ਮੈਂ ਦੇ ਦਿੰਨਾ। नहीं जे जथेदार साहब कहते ये गल नहीं भी अस्तीफा देना बेअदबियां रुक जाणगियां। ਜਿਹੜੇ ਉਸ ਸਮੇਂ ਦੇ ਇੱਥੇ ਪ੍ਰਬੰਧਕ ਸੀਗੇ ਜ਼ਿੰਮੇਵਾਰ ਸੀਗੇ ਉਹਨਾਂ ਨੂੰ ਬਰਖਾਸਤ ਕੀਤਾ ਜਾਵੇ। ਕੋਈ ਰਮਾਲਾ ਸਾਹਿਬ ਪਾਠ ਜੇ ਤਾਂ ਵੀ 295 ਤੇ ਜੇਕਰ ਕੋਈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਾਵਨ ਸਰੂਪ ਦੇ ਨਾਲ ਕੋਈ ਬਹੁਤ ਜ਼ਿਆਦਾ ਮੰਦਭਾਗੀ ਛੇੜਛਾੜ ਕਰੇ ਤਾਂ ਉਹਦੇ ਵੀ 295। यूएपीए ला ਦਿੱਤੀ ਗਈ पर ਜਦੋਂ ਕੋਰਟ ਦੇ ਵਿੱਚ ਵਕੀਲ ਜਿਹੜੇ ਨੇ ਬਹਿਸ ਕਰਦੇ ਜੱਜ ਦੇ ਸਾਹਮਣੇ ਦਲੀਲਾਂ ਦਿੰਦੇ ਨੇ ਤਾਂ ਉਹਦੇ ਵਿੱਚ ਜਿਹੜੀ ਯੂਏਪੀਏ ਉਹ ਟੁੱਟ ਜਾਂਦੀ ਹੈ। ਕਾਨੂੰਨ ਦੇ ਮੁਤਾਬਕ ਸਾਨੂੰ ਕੋਈ ਇਨਸਾਫ ਜਿਹੜਾ ਅਜੇ ਤੱਕ ਨਹੀਂ ਮਿਲ ਰਿਹਾ। ਯੂਏਪੀਏ ਨੂੰ ਤੁਸੀਂ ਕੋਈ ਬਹੁਤ ਵੱਡੀ ਧਾਰਾ ਸਿਰਫ ਉਦੋਂ ਵੇਖ ਸਕਦੇ ਜਦੋਂ ਕਿਸੇ ਸਿੱਖ ਤੇ ਲੱਗੀ ਹੋਵੇ। ਸਿੱਖ ਕੌਮ ਦੇ ਤੀਸਰੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਵਿਖੇ 13 ਸਤੰਬਰ ਦੀ ਸਵੇਰ ਨੂੰ ਅੰਮ੍ਰਿਤ ਵੇਲੇ ਜਿਹੜੀ ਬੇਅਦਬੀ ਦੀ ਘਟਨਾ ਵਾਪਰੀ ਹੈ ਉਸ ਥਾਂ ਤੇ ਅੱਜ ਅਸੀਂ ਪਹੁੰਚੇ ਹੋਏ ਹਾਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ। ਦੋਸ਼ੀ ਨੂੰ ਉਸੇ ਵਕਤ ਫੜ ਲਿਆ ਗਿਆ ਸੀ, ਪੁਲਿਸ ਹਿਰਾਸਤ ਦੇ ਵਿੱਚ ਹੈ, ਪਰ ਸਿੱਖ ਸੰਗਤ ਦੇ ਵਿੱਚ ਰੋਸ ਹੈ ਜਿਹੜਾ ਉਹ ਹਾਲੇ ਥੰਮ ਨਹੀਂ ਰਿਹਾ। ਬੇਅਦਬੀ ਦੀ ਘਟਨਾ ਨੇ ਸਿੱਖਾਂ ਦੇ ਹਿਰਦਿਆਂ ਨੂੰ ਜਿਹੜੀ ਠੇਸ ਪਹੁੰਚਾਈ ਹੈ ਉਹ ਠੰਡੀ ਨਹੀਂ ਹੋ ਪਾ ਰਹੀ। ਕਿਤੇ ਨਾ ਕਿਤੇ ਥੋੜਾ ਬਹੁਤ ਟਕਰਾਅ ਹੈ ਐਸਜੀਪੀਸੀ ਦੇ ਪ੍ਰਬੰਧਾਂ ਨੂੰ ਲੈ ਕੇ। ਐਸਜੀਪੀਸੀ ਦੇ ਵੱਲੋਂ ਉਸ ਤੋਂ ਬਾਅਦ ਜੋ ਕੁਝ ਕਾਰਵਾਈ ਕੀਤੀ ਗਈ ਹੈ ਉਸ ਨੂੰ ਲੈ ਕੇ। ਸੋ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਇੱਕ ਪਾਸੇ ਜਿੱਥੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਮੀਟਿੰਗ ਕਰ ਰਹੇ ਨੇ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਨਾਲ, ਉੱਥੇ ਸੰਗਤ ਵੀ ਵੱਡੀ ਗਿਣਤੀ ਵਿੱਚ ਇੱਥੇ ਪਹੁੰਚ ਰਹੀ ਹੈ ਤੇ ਅਸੀਂ ਸੰਗਤ ਦੇ ਨਾਲ ਗੱਲ ਕਰਾਂਗੇ। ਭਾਈ ਬਰਜਿੰਦਰ ਸਿੰਘ ਪਰਵਾਨਾ ਇੱਥੇ ਪਹੁੰਚੇ ਹੋਏ ਨੇ। ਭਾਈ ਸਾਹਿਬ ਬਹੁਤ-ਬਹੁਤ ਸਵਾਗਤ ਹੈ ਦਾ ਖਾਲਸ ਟੀਵੀ ਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਵਕਤ ਸਿੱਖ ਸੰਗਤ ਹੈ ਜਿਹੜੀ ਇੱਥੇ ਇਕੱਠੀ ਹੋ ਰਹੀ ਹੈ, ਮਕਸਦ ਕੀ ਹੈ? ਦੋਸ਼ੀ ਨੂੰ ਫੜ ਲਿਆ ਗਿਆ, ਕੀ ਆਪਣੀ ਮੰਗ ਹੈ? ਦੇਖੋ ਦੋਸ਼ੀ ਨੂੰ ਫੜ ਲੈਣਾ ਨਾ ਫੜ ਲੈਣਾ ਉਹ ਇੱਕ ਬਾਤ ਦਾ ਵਿਸ਼ਾ ਹੈ। ਕਿਉਂਕਿ ਹੁਣ ਤੱਕ ਗੁਰੂ ਪਾਤਸ਼ਾਹ ਦੀ ਬਹੁਤ ਜਗ੍ਹਾ ਤੇ ਬੇਅਦਬੀਆਂ ਹੋਈਆਂ ਜਿੱਥੇ ਦੋਸ਼ੀਆਂ ਨੂੰ ਫੜਿਆ ਵੀ ਗਿਆ ਤੇ ਪਰ ਜੇ ਆਪਾਂ ਕਾਨੂੰਨ ਵੱਲੋਂ ਗੱਲ ਕਰੀਏ ਤਾਂ ਸਾਨੂੰ ਅਜੇ ਤੱਕ ਕੋਈ ਕਾਨੂੰਨ ਦੇ ਮੁਤਾਬਕ ਸਾਨੂੰ ਕੋਈ ਇਨਸਾਫ ਜਿਹੜਾ ਅਜੇ ਤੱਕ ਨਹੀਂ ਮਿਲ ਰਿਹਾ। ਕਿਉਂਕਿ ਜੇਕਰ ਕੋਈ ਗੁਰੂ ਘਰ 'ਚ ਪੱਥਰ ਮਾਰ ਜੇ ਤਾਂ 295 ਏ ਲੱਗ ਜਾਂਦੀ ਆ, ਜੇ ਕੋਈ ਆ ਕੇ ਕੋਈ ਰਮਾਲਾ ਸਾਹਿਬ ਪਾਠ ਜੇ ਤਾਂ ਵੀ 295 ਤੇ ਜੇਕਰ ਕੋਈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਾਵਨ ਸਰੂਪ ਦੇ ਨਾਲ ਕੋਈ ਬਹੁਤ ਜ਼ਿਆਦਾ ਮੰਦਭਾਗੀ ਛੇੜਛਾੜ ਕਰੇ ਤਾਂ ਉਹਦੇ ਵੀ 295। ਸੋ ਧਾਰਾ ਕਾਨੂੰਨ ਦੀ ਉਹੀ ਚੱਲੀ ਜਾਂਦੀ ਹੈ ਤੇ ਉਹਦੇ ਮੁਤਾਬਕ ਹੀ ਕਾਨੂੰਨ ਨੇ ਸਜ਼ਾ ਦੇਣੀ ਹੈ। ਯੂਏਪੀਏ ਵੀ ਲਾ ਦਿੱਤੀ ਗਈ ਹੈ, ਸੰਤੁਸ਼ਟੀ ਹੈ ਨਹੀਂ? ਯੂਏਪੀਏ ਤਾਂ ਦੇਖੋ ਸੰਤੁਸ਼ਟੀ ਪਿੱਛੇ ਜੀ ਵੀ ਤੁਹਾਨੂੰ ਇੱਕ ਜਾਣਕਾਰੀ ਹੋਣੀ ਚਾਹੀਦੀ ਆ ਵੀ ਇੱਕ ਘਟਨਾ ਵਾਪਰਦੀ ਹੈ ਪਿੰਡ ਤਰਖਾਣ ਮਾਜਰੇ ਤੇ ਜੱਲਾ ਪਿੰਡ ਫਤਿਹਗੜ੍ਹ ਸਾਹਿਬ ਦੇ ਕੋਲ, ਉਹਦੇ ਤੇ ਯੂਏਪੀਏ ਲੱਗਦੀ ਹੈ। ਬਟ ਫੋਰ ਯੂ ਕਾਈਂਡ ਇਨਫੋਰਮੇਸ਼ਨ ਭੈਣ ਹਰਚਰਨ ਕੌਰ ਜੀ ਕਿ ਯੂਏਪੀਏ ਲਾ ਦਿੱਤੀ ਗਈ ਪਰ ਜਦੋਂ ਕੋਰਟ ਦੇ ਵਿੱਚ ਵਕੀਲ ਜਿਹੜੇ ਨੇ ਬਹਿਸ ਕਰਦੇ ਜੱਜ ਦੇ ਸਾਹਮਣੇ ਦਲੀਲਾਂ ਦਿੰਦੇ ਨੇ ਤਾਂ ਉਹਦੇ ਵਿੱਚ ਜਿਹੜੀ ਯੂਏਪੀਏ ਉਹ ਟੁੱਟ ਜਾਂਦੀ ਹੈ। ਕਿਉਂਕਿ ਨਾ ਤਾਂ ਅਨਲਾਫੁਲ ਐਕਟ ਕਰ ਲਈਏ ਵੀ ਇਹਦੇ 'ਚ ਵੀ ਦੇਸ਼ ਵਿਰੋਧੀ ਹੈ ਨਾ, ਤੇ ਉਹ ਕਾਨੂੰਨ ਕਹਿੰਦੇ ਵੀ ਇਹਦੇ ਕੋਲੋਂ ਨਾ ਤਾਂ ਕੋਈ ਹਥਿਆਰ ਮਿਲੇ ਨੇ, ਨਾ ਕੋਈ ਗ੍ਰਨੇਡ ਮਿਲਿਆ, ਨਾ ਕੋਈ RDX ਮਿਲੀ ਹੈ, ਨਾ ਕੋਈ ਇੱਦਾਂ ਦਾ ਨਾਰਾ ਮਾਰਿਆ, ਨਾ ਕੋਈ ਇੱਦਾਂ ਦੀ ਵੀਡੀਓ ਨਜ਼ਰ ਆਉਂਦੀ ਪਈ ਹੈ। ਸੋ ਇੱਦਾਂ ਦੀਆਂ ਜਦੋਂ ਵਕੀਲ, ਕਿਉਂਕਿ ਵਕੀਲਾਂ ਨੂੰ ਦੇਖੋ ਕਈ ਵਕੀਲ ਪਿੱਛੇ ਜੇ ਚੰਗੇ ਵੀ ਕੰਮ ਕੀਤੇ ਵੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬੇਅਦਬੀ ਕਰਨ ਵਾਲਾ ਕੇਸ ਨਹੀਂ ਲੜਿਆ, ਪਰ ਉਹ ਬੰਦਾ ਵੀ 6 ਮਹੀਨੇ 7 ਮਹੀਨੇ ਬਾਅਦ ਵਾਪਸ, ਕਿਉਂਕਿ ਉਹਦੀ ਕਸਟਡੀ ਕੰਪਲੀਟ ਹੋ ਗਈ, ਗਵਾਹ ਕੋਈ ਹੈ ਨਹੀਂ, ਪੁਲਿਸ ਨੇ ਜਦੋਂ ਜੋ ਵੀ ਚਲਾਣ, ਇਹ ਬਹੁਤ ਨੋਰਮਲ ਜਿਹੀਆਂ ਗੱਲਾਂ ਨੇ। ਯੂਏਪੀਏ ਨੂੰ ਤੁਸੀਂ ਕੋਈ ਬਹੁਤ ਵੱਡੀ ਧਾਰਾ ਸਿਰਫ ਉਦੋਂ ਵੇਖ ਸਕਦੇ ਜਦੋਂ ਕਿਸੇ ਸਿੱਖ ਤੇ ਲੱਗੀ ਹੋਵੇ, ਕਿਸੇ ਖਾਸ ਸਿੱਖ ਚਿਹਰੇ ਤੇ ਲੱਗੀ ਹੋਵੇ, ਫਿਰ ਤਾਂ ਮੰਨ ਸਕਦੇ ਹਾਂ ਵੀ 3 ਸਾਲ 4 ਸਾਲ ਜ਼ਮਾਨਤ ਦੇ ਨੇੜੇ ਤੇੜੇ ਵੀ ਜਿਹੜਾ ਹੈ ਉਹ ਨੌਜਵਾਨ ਨਹੀਂ ਜਾ ਸਕਦਾ। ਪਰ ਜਦੋਂ ਐਦਾਂ ਕਿਸੇ ਤੇ ਲਾ ਦਈਏ ਤਾਂ ਉਹ ਬਹੁਤ ਠੋਸ ਸਬੂਤ ਨਾ ਹੋਣ ਕਰਕੇ ਟੁੱਟ ਜਾਂਦੀ ਹੈ। ਕਿਸ ਤਰ੍ਹਾਂ ਦੀ ਸਜ਼ਾ ਹੈਗੀ ਹੈ ਜਿਹੜੀ ਹੋਣੀ ਚਾਹੀਦੀ ਹੈ ਤੁਹਾਡੇ ਹਿਸਾਬ ਨਾਲ? ਇਹੋ ਜਿਹੇ ਮਸਲੇ ਦੇ ਵਿੱਚ ਕਿਸ ਤਰ੍ਹਾਂ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਕਿ ਮੁੜ ਕੇ ਇਸ ਧਰਤੀ ਤੇ ਇਹੋ ਜਿਹੀ ਘਟਨਾ ਨਾ ਵਾਪਰੇ? ਦੇਖੋ ਅਸੀਂ ਮੰਨਦੇ ਹਾਂ ਵੀ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣਾ ਚਾਹੀਦਾ, ਕਾਨੂੰਨ ਨੂੰ ਹੱਥ 'ਚ ਨਹੀਂ ਲੈਣਾ ਚਾਹੀਦਾ, ਮੰਨ ਲੈਂਦੇ ਹਾਂ,
ਪਰ ਜਦੋਂ ਅਸੀਂ ਗੱਲਾਂ ਕਰਦੇ ਹਾਂ ਉਹਨਾਂ ਦੇਸ਼ਾਂ ਦੀਆਂ ਜੋ ਵਿਕਸਿਤ ਦੇਸ਼ ਨੇ, ਦੁਬਈ ਦੀ ਗੱਲ ਕਰਦੇ ਹਾਂ, ਬੜਾ ਵੱਡਾ ਵਿਕਸਿਤ ਦੇਸ਼ ਹੈ, ਪਰ ਅੱਜ ਵੀ ਆਪਣੇ ਉਹ ਧਰਮ ਦੇ ਨਾਲ ਜੁੜਿਆ ਹੋਇਆ। ਤੇ ਜਦੋਂ ਕੋਈ ਧਰਮ ਦੇ ਬਾਬਤ ਕੋਈ ਟਿੱਪਣੀ ਕਰਦਾ ਹੈ ਤੇ ਸਾਨੂੰ ਮੈਂ ਲੱਗਦਾ ਵੀ ਉਹ ਸਾਊਦੀ ਅਰਬੀਆ ਦੇ ਦੇਸ਼ਾਂ ਕੋਲੋਂ ਜਾਂ ਅਰਬ ਕੰਟਰੀਆਂ ਕੋਲੋਂ ਇਹ ਗੱਲ ਸਿੱਖ ਲੈਣੀ ਚਾਹੀਦੀ ਆ ਵੀ ਜੇਕਰ ਕੋਈ ਕਿਸੇ ਭੈਣ ਨਾਲ ਬਲਾਤਕਾਰ ਕਰਦਾ ਤੇ ਉਹਦੀ ਕੀ ਸਜ਼ਾ ਹੈ, ਜੇਕਰ ਕੋਈ ਚੋਰੀ ਕਰਦਾ ਉਹਦੀ ਕੀ ਸਜ਼ਾ ਹੈ, ਤੇ ਜੇਕਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜਾਂ ਕੁਰਾਨ ਦੇ ਨਾਲ ਕੋਈ ਬੇਅਦਬੀ ਕਰਦਾ ਉਹਦੀ ਕੀ ਸਜ਼ਾ ਹੈ। ਸੋ ਉਹਨਾਂ ਕੋਲੋਂ ਸਿੱਖ ਕੇ ਮੈਂ ਕਹਿੰਦਾ ਉੱਦਾਂ ਦੀਆਂ ਸਜ਼ਾਵਾਂ ਜੇਕਰ ਕਾਨੂੰਨ ਦੇ ਦੇਵੇ ਤਾਂ ਜਿਹੜੀਆਂ ਬੇਅਦਬੀਆਂ ਨੇ ਇਹਨਾਂ ਨੂੰ ਠੱਲ ਜਿਹੜੀ ਆ ਪੈ ਸਕਦੀ ਹੈ। ਇਹਦੇ ਵਿੱਚ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਕਿ ਸਿੱਖ ਸੰਗਤ ਹੈ ਜਿਹੜੀ ਉਹ ਵੀ ਕਮਜ਼ੋਰ ਹੋ ਗਈ ਹੈ, ਜਾਂ ਫਿਰ ਜਿਹੜੀਆਂ ਸੰਸਥਾਵਾਂ ਦੇ ਪ੍ਰਬੰਧ ਨੇ ਉਹ ਵੀ ਕਮਜ਼ੋਰ ਨੇ, ਕਿਤੇ ਨਾ ਕਿਤੇ ਜ਼ਿੰਮੇਵਾਰ ਨੇ ਬੇਅਦਬੀਆਂ ਦੇ? ਉਸ ਦਿਨ ਜਿਸ ਦਿਨ ਘਟਨਾ ਵਾਪਰੀ ਤਾਂ ਬਹੁਤ ਸਾਰੀ ਸੰਗਤ ਹੈ ਜਿਹੜੀ ਸਵਾਲ ਚੁੱਕ ਰਹੀ ਹੈ ਕਿ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਉਸੇ ਟਾਈਮ। ਜੇ ਤੁਹਾਡੇ ਆਪਣੇ ਪਿਓ ਦੇ ਮੂੰਹ ਤੇ ਕੋਈ ਸਿਗਰਟ ਸੁੱਟ ਕੇ ਚਲਾ ਜਾਵੇ ਤੁਸੀਂ ਕੀ ਕਰੋਗੇ? ਦੇਖੋ, ਸਿੱਖ ਸੰਗਤ ਦਾ ਕਮਜ਼ੋਰ ਹੋਣਾ ਬਾਅਦ ਦੀ ਗੱਲ ਹੈ। ਪਹਿਲਾ ਜਿਹੜਾ ਰੀਜ਼ਨ ਬੰਦਾ ਸਿੱਖ ਸੰਗਤ ਕਮਜ਼ੋਰ ਕਿਉਂ ਹੋਈ, ਕਿਉਂਕਿ ਸਿੱਖ ਸੰਸਥਾਵਾਂ ਕਮਜ਼ੋਰ ਹੋ ਗਈਆਂ। ਜੇ ਸਿੱਖ ਸੰਸਥਾਵਾਂ ਮਜ਼ਬੂਤ ਹੋਣਗੀਆਂ, ਪੈਰਾਂ ਤੇ ਭਾਰ ਚੱਲਣ ਵਾਲੀਆਂ ਹੋਣਗੀਆਂ, ਤੇ ਸਿੱਖ ਸੰਗਤਾਂ ਵੀ ਮਜ਼ਬੂਤ ਹੋਣਗੀਆਂ ਤੇ ਆਪਣੇ ਮੋਢਿਆਂ ਤੇ ਭਾਰ ਚੱਕਣਗੀਆਂ। ਜਦੋਂ ਸੰਸਥਾਵਾਂ ਕਿਨਾਰਾ ਕਰ ਜਾਂਦੀਆਂ ਨੇ ਤੇ ਫਿਰ ਇੱਕ ਆਮ ਸਿੱਖ ਸੋਚਦਾ ਹੈ ਵੀ ਜੇ ਜਿਹੜੀਆਂ ਸੰਸਥਾਵਾਂ ਨਹੀਂ ਅੱਗੇ ਤੁਰਦੀਆਂ ਤੇ ਮੇਰੇ ਵਰਗਾ ਮਾਤੜ ਗਰੀਬ ਸਿੱਖੜਾ ਕਿੱਧਰ ਨੂੰ ਜਾਵੇ। ਪਰ ਮੈਂ ਗੱਲ ਕਹਿਣੀ ਚਾਹਾਂਗਾ ਵੀ ਇਹ ਉਹ ਕੌਮ ਹੈ ਵੀ ਜਿਹਨੂੰ ਨਾ ਦੱਸਣ ਦੀ ਲੋੜ ਹੈ ਨਾ ਪੁੱਛਣ ਦੀ ਲੋੜ ਹੈ। ਸਮੇਂ-ਸਮੇਂ ਤੇ ਇਸ ਕੌਮ ਦੇ ਵਿੱਚ ਸੁੱਖਾ ਸਿੰਘ, ਮਹਿਤਾਬ ਸਿੰਘ ਵਰਗੇ ਜਾਗਦੇ ਨੇ, ਸਮੇਂ-ਸਮੇਂ ਤੇ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਵਰਗੇ ਗਰੀਬ ਸਿੱਖੜੇ ਜਿਹਨਾਂ ਨੂੰ ਮਤਲਬ ਜੇ ਮਾਇਕੀ ਤੌਰ ਤੇ ਗਰੀਬ ਕਹਿ ਦਈਏ, ਪਰ ਨਾਮ ਬਾਣੀ ਦੇ ਰਸੀਏ ਜਿਹੜੇ ਜੁਝਾਰੂ ਜਿਹੜੇ ਨੇ ਉਹ ਸਮੇਂ-ਸਮੇਂ ਤੇ ਜਾਗਦੇ ਨੇ। ਤੇ ਉਹ ਜਾਗਣ ਦੀ 2015 ਤੋਂ ਲੈ ਕੇ ਹੁਣ ਤੱਕ 6 ਸਾਲ ਹੋ ਗਏ, ਕੋਈ ਜਾਗਿਆ ਦਿਖਿਆ ਨਹੀਂ। ਜਾਗਿਆ ਦਿਖਿਆ ਜੀ, ਜਿਹੜੀ ਇੱਕ ਵੱਡੀ ਘਟਨਾ ਹੁੰਦੀ ਹੈ ਬੀਬੀ ਨੂੰ ਗੱਡੀ ਚੜਾਇਆ ਜਾਂਦਾ, ਉਹ ਕੌਮ ਦੇ ਇੱਕ ਜਾਗਣ ਦਾ ਸਬੂਤ ਹੈ। ਉਹ ਖਾਲਸੀ ਰਵਾਇਤਾਂ ਦੇ ਅਨੁਸਾਰ ਜਿਹੜੀ ਹੈ ਉਹ ਸਜ਼ਾ ਦਿੱਤੀ ਜਾਂਦੀ ਹੈ। ਕਾਨੂੰਨ ਪਰ ਫਿਰ ਵੀ ਕਿਉਂ ਨਹੀਂ ਰੁਕ ਰਹੀਆਂ ਇਹ ਬੇਅਦਬੀਆਂ, ਕਿਉਂ ਨਹੀਂ ਰੁਕ ਰਹੀਆਂ? ਕੀ ਤੁਸੀਂ ਮਹਿਸੂਸ ਕਰ ਰਹੇ? ਇੱਕ ਵੱਡਾ ਸਵਾਲ ਇਹ ਹੈ ਵੀ ਸਾਡੀਆਂ ਜਿਹੜੀਆਂ ਹਾਈ ਪ੍ਰੋਫਾਈਲ ਜਿਹੜੀ ਜਥੇਬੰਦੀਆਂ ਨੇ, ਜਥੇਦਾਰ ਨੇ, ਉਹ ਗਫਲਤ ਦੀ ਨੀਂਦ ਵਿੱਚ ਸੁੱਤੇ ਹੋਏ ਨੇ। ਜੇ ਕੋਈ ਜਰਨੈਲ ਸਿੰਘ ਸੰਤ ਭਿੰਡਰਾਂ ਵਾਲਿਆਂ ਵਰਗਾ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਾ ਯੋਧਾ ਹੋਵੇ ਵੀ ਕਵੇ ਵੀ ਜਾਓ ਕਾਰਾ ਜ਼ਿੰਮੇਵਾਰੀ ਮੈਂ ਚੱਕਦਾ, ਇਹ ਜਥੇਬੰਦੀਆਂ ਕੀ ਜ਼ਮੀਨਾਂ ਦੇ ਸਿਰਫ ਠੇਕੇ ਲੈਣ ਤੱਕ ਰਹਿ ਗਈਆਂ, ਜਾਂ ਦਲ ਪੰਥ ਜਿਹੜੇ ਨੇ ਕੇਵਲ ਸ਼੍ਰੋਮਣੀ ਕਮੇਟੀ ਕੋਲੋਂ ਰਸਦਾਂ ਵਸਦੀਆਂ ਇਕੱਠੀਆਂ ਕਰਨ ਤੱਕ ਰਹਿ ਗਏ? ਇਹ ਵੀ ਤੇ ਇਦਾਂ ਦੀਆਂ ਜ਼ਿੰਮੇਵਾਰੀਆਂ ਚੱਕ ਸਕਦੇ ਜਿਨ੍ਹਾਂ ਕੋਲ ਹਜ਼ਾਰਾਂ ਏਕੜਾਂ ਜ਼ਮੀਨਾਂ ਨੇ, ਜਿਨ੍ਹਾਂ ਕੋਲ ਸੈਂਕੜੇ, ਜਿਨ੍ਹਾਂ ਕੋਲ ਡੇਰਣ ਇਨਕਮ ਆਫ ਸੋਰਸ ਨੇ। ਸੋ ਇਹ ਜ਼ਿੰਮੇਵਾਰੀਆਂ ਤੋਂ ਪਿਛਾਂਹ ਹਟ ਗਏ ਨੇ। ਤੇ ਦੂਜੀ ਇੱਧਰ ਜਿਹੜੀ ਸੰਗਤ ਬੈਠੀ ਹੈ ਭਾਈ ਸਾਹਿਬ, ਉਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਅਸਤੀਫਾ ਦੇਣ। ਇਖਲਾਕੀ ਤੌਰ ਤੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ। ਜਥੇਦਾਰ ਸਾਹਿਬ ਕਹਿ ਰਹੇ ਨੇ ਕਿ ਜੇ ਮੇਰੇ ਅਸਤੀਫਾ ਦੇਣ ਨਾਲ ਬੇਅਦਬੀਆਂ ਰੁਕ ਜਾਣਗੀਆਂ ਤਾਂ ਮੈਂ ਦੇ ਦਿੰਦਾ। ਨਹੀਂ, ਜੇ ਜਥੇਦਾਰ ਸਾਹਿਬ ਕਹਿੰਦੇ ਇਹ ਗੱਲ ਨਹੀਂ ਵੀ ਅਸਤੀਫਾ ਦੇਣਾ ਬੇਅਦਬੀਆਂ ਰੁਕ ਜਾਣਗੀਆਂ, ਇਹ ਹੋ ਸਕਦੀਆਂ ਨੇ, ਪਰ ਜਥੇਦਾਰ ਜੇ ਬਦਲਿਆ ਜਾਵੇ ਜਾਂ ਅਸਤੀਫਾ ਦਿੱਤਾ ਜਾਵੇ ਜਥੇਦਾਰ ਦੇ ਵੱਲੋਂ, ਜਿਹੜੇ ਉਸ ਸਮੇਂ ਦੇ ਇੱਥੇ ਪ੍ਰਬੰਧਕ ਸੀਗੇ, ਜ਼ਿੰਮੇਵਾਰ ਸੀਗੇ, ਉਹਨਾਂ ਨੂੰ ਬਰਖਾਸਤ ਕੀਤਾ ਜਾਵੇ। ਤੇ ਜਿਹੜੇ ਆਉਣ ਵਾਲੇ ਅਗਲੇ ਸੇਵਾ, ਦੇਖੋ ਆਪਾਂ ਵਾਂ, ਤੁਹਾਡਾ ਚੈਨਲ ਹੈ, ਤੁਹਾਡੇ ਚੈਨਲ ਦੇ ਵਿੱਚ ਕੋਈ ਜ਼ਿੰਮੇਵਾਰੀ ਨਾਲ ਕੰਮ ਨਹੀਂ ਨਿਭਾਏਗਾ, ਤੁਸੀਂ ਉਹਨੂੰ ਹਟਾ ਦਿਓਗੇ। ਮੈਂ ਤਾਂ ਸੈਲਰੀ ਦੇ ਰਿਹਾ ਤੇ ਇਹਨੂੰ ਕੰਮ ਦੇ, ਜੇ ਤੂੰ ਕੰਮ ਨਹੀਂ ਦੇਣਾ ਤਾਂ ਅਸੀਂ ਹੋਰ ਬੰਦਾ ਰੱਖ ਲਵਾਂਗੇ। ਗਵਰਨਮੈਂਟ EMPLOYE ਕੋਈ ਗੁਨਾਹ ਕਰਦਾ ਹੈ ਤੇ ਉਹਨੂੰ ਸਸਪੈਂਡ, ਬਰਖਾਸਤ ਕਰਤਾ ਜਾਂਦਾ ਹੈ। ਅਸੀਂ ਗੱਡੀ ਚਲਾਉਂਦੇ ਆ, ਕੋਈ ਗਲਤ ਕਰਦੀ ਹੈ ਤੇ ਪੁਲਿਸ ਚਲਾਨ ਕੱਟ ਕੇ ਹੱਥ 'ਚ ਭੇਜ ਦੀ ਸਜ਼ਾ ਹੈ ਨਾ ਕਿਤੇ ਨਾ ਕਿਤੇ। ਸੋ ਜੇ ਸੰਸਾਰ ਵਿੱਚ ਵਿਚਰਦਿਆਂ ਸਜ਼ਾਵਾਂ ਨੇ ਤੇ ਕਰਤਾਰ ਦੇ ਕੰਮ ਵਿੱਚ ਵਿਚਰਦਿਆਂ ਵੀ ਤਾਂ ਇਹ ਸਜ਼ਾਵਾਂ ਬਣਨੀਆਂ ਚਾਹੀਦੀਆਂ ਨੇ ਨਾ। ਸੋ ਜਿਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਤੋਂ ਕੁਤਾਹੀ ਕੀਤੀ ਹੈ, ਗਲਤੀ ਕੀਤੀ ਹੈ, ਸੋ ਉਹਨਾਂ ਨੂੰ ਬਰਖਾਸਤ ਕੀਤਾ ਜਾਵੇ। ਬਰਖਾਸਤ ਕਰਨ ਦਾ ਮਤਲਬ ਇਹ ਨਹੀਂ ਵੀ ਪਰਵਾਨੇ ਦੇ ਮੋਢੇ ਤੇ ਕੋਈ ਸਟਾਰ ਲੱਗ ਜੂਗਾ, ਜਾਂ ਵੀਰਪਾਲ ਖਰੋੜ ਕਰਿਆ ਜਾਂ ਮਨਜੋਤ ਸਿੰਘ ਹਰੀ ਹੋਰ ਜਿੰਨੇ ਵੀਰ ਖੜੇ ਨੇ ਵੀ ਇਹਨਾਂ ਦੇ ਮੋਢੇ ਤੇ ਕੋਈ ਸਟਾਰ ਲੱਗ ਜੂਗਾ। ਇਹਦਾ ਮਤਲਬ ਇਹ ਹੈ ਵੀ ਆਉਣ ਵਾਲੇ ਸਮੇਂ 'ਚ ਜਿਹੜੇ ਫਿਰ ਜ਼ਿੰਮੇਵਾਰੀ ਤੇ ਆਉਣਗੇ ਉਹ ਡਰਨਗੇ, ਭੈ ਵਿੱਚ ਰਹਿ ਕੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣਗੇ ਵੀ ਕੋਈ ਇਦਾਂ ਦੀ ਗਲਤੀ ਨਾ ਹੋ ਜਾਵੇ। ਨਹੀਂ ਤਾਂ ਬਰਛੇ ਫੜਨ ਵਾਲਾ ਬਰਛਾ ਫੜ ਕੇ ਖੜੇ ਆ, ਬਸ ਆਪਣੇ ਆਨੰਦ ਦੇ ਵਿੱਚ ਬੈਠੇ। ਮੋਬਾਈਲ ਅੱਜ ਕੱਲ੍ਹ ਲੋਕਾਂ ਦੇ ਹੱਥਾਂ ਦੇ ਵਿੱਚ ਨੇ, ਸੋ ਉੱਧਰ ਤੁਰੇ ਹੋਏ ਨੇ। ਸੋ ਆਪਣੀ ਜ਼ਿੰਮੇਵਾਰੀ ਨੂੰ ਅਗਲੇ ਸਮਝਣ, ਇਸ ਕਰਕੇ ਜਥੇਦਾਰ ਸਾਹਿਬ ਦਾ ਅਸਤੀਫਾ ਜਿਹੜਾ ਉਹ ਜ਼ਰੂਰ ਚਾਹੀਦਾ। ਜਿਹੜੇ ਜ਼ਿੰਮੇਵਾਰ ਉਸ ਸਮੇਂ ਦੇ ਜਿਹੜੇ ਸੇਵਾਦਾਰ ਸੀ ਉਹਨਾਂ ਦਾ ਜਿਹੜਾ ਬਰਖਾਸਤ ਉਹਨੂੰ ਕੀਤਾ ਜਾਣਾ ਚਾਹੀਦਾ। ਯਾਨੀ ਕਿ ਤੁਹਾਡੀ ਸਾਫ਼-ਸਾਫ਼ ਤੇ ਸਿੱਧੀ ਮੰਗ ਹੈ ਜਿਹੜੀ ਉਹ ਇਹ ਹੈ ਕਿ ਜਥੇਦਾਰ ਸਾਹਿਬ ਦਾ ਅਸਤੀਫਾ ਹੋਣਾ ਚਾਹੀਦਾ ਹੈ। ਇੱਥੇ ਸੰਗਤ ਹੋਰ ਵੀ ਮੌਜੂਦ ਹੈ। ਬੀਬੀ ਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਹਰਜਿੰਦਰ ਕੌਰ। ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ, ਉਸ ਵਕਤ ਦੇ ਮੌਕੇ ਤੇ ਮੈਂ ਹਾਜ਼ਰ ਸੀ। ਅੱਛਾ ਜੀ। ਜਦੋਂ ਇਹ ਵਾਕਿਆ ਹੋਈ ਹੈ ਨਾ, ਮੇਰੇ ਹੁੰਦਿਆਂ ਨਿਰਮਾਨ ਲਾਇਆ ਸਿਰ ਦੇ ਉੱਤੋਂ। ਠੀਕ ਹੈ ਜੀ। ਹੁੰਦਿਆਂ ਲਾਇਆ ਤੇ ਮੈਂ ਨਹੀਂ ਹੈ ਇਹ ਕੀ ਹੁਣ ਜਿਹਨਾਂ ਨੇ ਸਿਰਗਟ ਸੁੱਟ ਦਿੱਤੀ ਆ, ਤੇ ਉਹ ਜਿਹੜਾ ਇਹਨਾਂ ਨੇ ਰੱਖਿਆ ਨਾ ਇੰਸਪੈਕਟਰ ਪੁਲਿਸ ਦਾ, ਉਹਨੇ ਇੰਜ ਕਰਕੇ ਬਾਂਹ ਫੜੀ ਤੇ ਚੁੱਪ ਕਰਕੇ ਲੈ ਗਿਆ ਬਾਹਰ। ਕਿਸੇ ਨੂੰ ਪਿਸਕ ਵੀ ਨਹੀਂ ਨਿਕਲਣ ਦਿੱਤੀ। ਜੇ ਇੱਕ ਨੇ ਚਪੇੜ ਮਾਰ ਲੱਗਾ ਤੇ ਨਾ 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 ਇੱਥੇ ਲਿਆ ਕੇ ਤੇ ਪੁਲਿਸ ਨੂੰ ਫੜਾ ਕੇ ਚੱਲ ਕਿ ਸੰਗਤ ਦੀ ਆਵਾਜ਼ ਜਾਣ ਨਹੀਂ ਦਿੱਤੀ। ਕਿੰਨੀ ਸੰਗਤ ਮੌਜੂਦ ਸੀ ਬੀਬੀ ਜੀ ਉਸ ਟਾਈਮ? ਉੱਥੇ
ਕਾਫੀ ਹੁੰਦੀ ਆ, ਪਰਲੇ ਪਾਸੇ ਬੰਦੇ ਹੁੰਦੇ, ਉਰਲੇ ਪਾਸੇ ਬੀਬੀਆਂ ਹੁੰਦੀਆਂ, ਬੀਬੀਆਂ ਵਾਲੇ ਪਾਸੇ ਦੀ ਛੁੱਟੀ ਆ ਤੇ ਤੁਸੀਂ ਦੇਖਿਆ ਆਪਣੇ ਅੱਖਾਂ ਨਾਲ? ਜੀ, ਆਪਣੇ ਅੱਖਾਂ ਨਾਲ ਮੈਂ ਦੇਖਿਆ। ਹੋਰ ਸੰਗਤ ਦੇ ਵਿੱਚੋਂ ਕੋਈ ਨਹੀਂ ਪਿਆ ਹੈਗਾ ਉਸ ਨੂੰ ਜਾ ਕੇ? ਕਿਸੇ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਬੰਦੇ ਨੂੰ। ਜਿਹੜੇ ਸਿਵਲ ਵਰਦੀ ਵਿੱਚ ਪੁਲਿਸ ਸੀ ਉਹਨਾਂ ਨੇ ਫੜੇ? ਉਹਨਾਂ ਨੇ, ਹਾਂ, ਉਦੋਂ ਦਾ ਉਹ ਇੱਥੇ ਘੱਟ ਆਉਂਦਾ, ਨਹੀਂ ਤਾਂ ਉਹਦੀ 24 ਘੰਟੇ ਇੱਥੇ ਹਾਜ਼ਰੀ ਹੁੰਦੀ ਹੈ। ਹਰ ਟਾਈਮ ਹੁੰਦੀ ਹੈ? ਹਾਂ, ਹੁਣ ਹਰ ਟਾਈਮ ਹੁੰਦੀ ਆ। ਉਹ ਹੁਣ ਇੰਸਪੈਕਟਰ ਸੀ, ਉਸ ਦਿਨ ਦਾ ਹੁਣ ਘੱਟ ਵੇਖੀਦਾ ਇੱਥੇ। ਕੱਲ ਸਵੇਰ ਵੀ ਇੱਕ ਸਿੰਘ ਸੀ, ਉਹ ਪੁੱਛਣ ਲੱਗਾ ਇੱਥੇ, ਮੈਂ ਦੱਸਿਆ ਮੈਂ ਇਹ ਬੰਦਾ ਸੀਗਾ ਜਿਹਨਾਂ ਫੜਿਆ। ਉਹ ਪੁੱਛਣ ਲੱਗਾ, ਉਹ ਦੌੜ ਕੇ ਆਣ ਕੇ ਇੱਥੇ ਨਾਲ ਲੈ ਆਇਆ। ਇੱਥੇ ਆਣ ਕੇ ਪੁਲਿਸ ਦੇ ਉਹਲੇ ਹੋ ਕੇ ਪਰਾਂ ਨੂੰ ਖਿਸਕ ਗਿਆ। ਉਹਨੇ ਗੱਲ ਹੀ ਨਹੀਂ ਕੀਤੀ ਉਹਨਾਂ ਨਾਲ, ਜਿਹਦੇ ਨਾਲ ਇੱਕ ਏਡਾ ਕੁ ਬੱਚਾ ਹੁੰਦਾ ਨਾ, ਨਾਲ ਇੱਕ ਹੌਲੀ ਜਿਹੀ ਉਮਰ ਦਾ। ਉਹਨੇ ਮੈਂ ਨਾਂ ਤੇ ਨਹੀਂ ਪੁੱਛਿਆ, ਗੱਲਬਾਤ ਤੇ ਮੇਰੇ ਨਾਲ ਹੋਈ। ਤੇ ਬੀਬੀ ਜੀ ਉੱਥੇ ਕਮੇਟੀ ਦੇ ਸੇਵਾਦਾਰ ਹੁੰਦੇ ਨੇ ਜਿਹੜੇ ਬਰਛੇ ਵਾਲੇ ਸੇਵਾਦਾਰ, ਉਹ ਕਿੰਨੇ ਸੀਗੇ? ਉਹ ਉਦੋਂ ਤੇ ਮੈਂ ਦੋ, ਇੱਕ ਉਹ ਇੰਸਪੈਕਟਰ ਸੀਗਾ, ਇੱਕ ਉਹਦੇ ਲਾਗੇ ਸੇਵਾਦਾਰੀ ਤੇ ਦੋ ਪਰਲੇ ਪਾਸੇ ਸੀ ਬਸ। ਹੁਣ ਤੇ ਉਥੇ ਕਿਰਪਾਨਾਂ ਫੜ ਕੇ ਖੜੇ ਆ, ਉਦੋਂ ਤੇ ਦੋ ਕੀ ਸੀ। ਤੇ ਜਿਹੜੇ ਮਤਲਬ ਜਿਹੜਾ ਦੋਸ਼ੀ ਹੈ, ਦੋਸ਼ੀ ਜਿਹੜਾ ਕਿ ਡੇਰਾ ਪ੍ਰੇਮੀ ਹੈ, ਸਾਫ਼ ਹੋ ਚੁੱਕਿਆ, ਉਹਨੇ ਸਿਗਰਟ ਕੱਢੀ ਹੋਊ, ਬਾਲੀ ਹੋਊ, ਤੁਸੀਂ ਸਾਰਾ ਕੁਝ ਦੇਖਿਆ? ਕਿਉਂਕਿ ਟਾਈਮ ਲੱਗਦਾ ਉਸ ਚੀਜ਼ ਅੱਗੇ ਬੈਠੇ ਆ ਨਾ ਉੱਥੇ, ਹਾਂ, ਉੱਥੇ ਸੁੱਟੀ ਆ। ਤੇ ਉਦਾਂ ਪਹਿਲਾਂ ਬੈਠਾ ਹੋਇਆ ਸੀ, ਪਹਿਲਾਂ ਤੋਂ ਹੀ ਪਿੱਛੇ ਬੈਠਾ ਸੀ। 3 ਵਜੇ 3:10 ਤੇ ਪਿੱਛੇ ਆਇਆ ਸੀਗਾ। ਤੇ ਠੀਕ ਜਦੋਂ ਮਹਾਰਾਜ ਦੀ ਸਵਾਰੀ ਆਈ ਹੈ, ਉਦੋਂ ਮਤਲਬ ਉਧਰੋਂ ਦੀ ਸਵਾਰੀ ਅੰਦਰ ਵੜ ਗਈ, ਉਦੋਂ ਸਾਹਮਣੇ ਹੋ ਗਿਆ। ਤੇ ਕੀ ਤੁਹਾਡੀ ਕੀ ਡਿਮਾਂਡ? ਕਹਿੰਦੇ ਆ ਵੀ ਇਹ ਪਾਗਲਵਾਏ ਨੇ ਨਸ਼ਾ ਕੀਤਾ ਸੀ। ਮੈਂ 1.5 ਘੰਟੇ ਵਿੱਚ ਉਹਨੂੰ ਨਸ਼ਾ ਨਹੀਂ ਚੜਿਆ। 1.5 ਘੰਟੇ ਵਿੱਚ 1.5 ਘੰਟਾ ਡਿੱਗਦਾ ਰਿਹਾ। ਕਿਹਨੇ ਕਿਹਾ ਪਾਗਲ ਹੈ, ਨਸ਼ਾ ਕਰਦਾ? ਇਹ ਜਿਹੜੇ ਸੇਵਾਦਾਰ ਸੀ, ਉਹਦੇ ਹੁਣ ਬਦਲੀ ਦਿੱਤੇ, ਨਵੇਂ ਸਟਾਫ ਲਾਇਆ ਇੱਥੇ। ਹੁਣ ਪੁਰਾਣਾ ਦੇ ਇੱਥੇ ਰਿਹਾ ਹੀ ਪੁੱਛਣੀ ਹੈ, ਮਾਤਾ ਜੀ ਕੋਲੇ ਪੁੱਛਣੀ। ਮਾਤਾ ਜੀ ਇੱਕ ਗੱਲ ਦੱਸੋ ਵੀ ਉਸ ਵੇਲੇ ਉਹ ਬੀੜੀ ਸੀ ਜਾਂ ਸਿਗਰਟ ਸੀ? ਇਹ ਵੀ ਥੋੜੀ ਐਕਸਪਲੇਨ ਕਰਨ ਦੀ ਲੋੜ ਹੈ। ਬੀੜੀ ਸਿਗਰਟ ਆਪਾਂ ਨੇ ਚਲੋ ਹੈ ਤਾਂ ਇਤਰਾਜ਼ਯੋਗ ਸੀ ਬਾਬਾ ਜੀ। ਉਹ ਤਾਂ ਦੂਸਰੀ ਗੱਲ, ਇਹ ਗੱਲ ਪੁਆਇੰਟ ਹੁੰਦੇ ਆ। ਤੁਸੀਂ ਇਹ ਦੱਸੋ ਵੀ ਜਦੋਂ ਨਾ ਬੀੜੀ ਸਿਗਰਟ ਕੋਈ ਵੀ ਹੈ ਜਰਦਾ ਜੋ ਵੀ ਅੱਗ ਲਾਈ ਹੈ, ਉਦੋਂ ਬਾਅਦ ਫਿਰ ਗੁਰਦੁਆਰੇ ਪ੍ਰਬੰਧਕ ਕਮੇਟੀ ਨੇ ਉਹ ਗੁਰਦੁਆਰੇ ਸਾਹਿਬ ਦੀ ਜਿਹੜੇ ਉਹਦੀ ਬੇਅਦਬੀ ਹੋਈ ਸੀ ਉੱਥੇ ਬਕਾਇਦਾ ਉਹਦਾ ਇਸ਼ਨਾਨ ਕਰਾਇਆ, ਇਸ਼ਨਾਨ ਕਰਾਇਆ ਕਿ ਉਹਦਾ ਕਾਰਵਾ ਚੱਲਦਾ ਰਿਹਾ? ਚਾਦਰ ਹੀ ਬਦਲੀ ਆ। ਪਹਿਲਾਂ ਤਾਂ ਜਿਹੜੀ ਸੰਗਤ ਸੀ, ਇੱਕ ਬੰਦੇ ਨੇ ਲਿਆ ਕੇ ਰੁਮਾਲ ਫੇਰ ਦਿੱਤਾ ਉੱਤੇ, ਫਿਰ ਉਹਨਾਂ ਸੇਵਾਦਾਰਾਂ ਨੇ ਉਹ ਚਾਦਰ ਬਦਲ ਦਿੱਤੀ ਹੈ। ਚਾਦਰ ਬਦਲ ਦਿੱਤੀ ਹੈ। ਬਿਲਕੁਲ ਇੱਥੇ ਮੈਂ ਗੱਲ ਕਹਿਣੀ ਚਾਹਾਂਗਾ ਵੀ ਦੇਖੋ ਜਿਹੜੀਆਂ ਘਟਨਾਵਾਂ ਜਿਵੇਂ ਮਾਤਾ ਜੀ ਨੇ ਬੜੇ ਹਨਾ, ਜਿੱਥੇ ਨਾਲ ਨਾਲ ਭੈਣ ਹਰਚਰਨ ਕੌਰ ਜੀ, ਦੁੱਖ ਇਸ ਗੱਲ ਦਾ ਡੱਡ ਹੈ ਵੀ ਇੱਕ ਤਾਂ ਬੇਅਦਬੀ ਹੋ ਜਾਂਦੀ ਹੈ, ਪਰ ਦੁੱਖ ਇਸ ਗੱਲ ਦਾ ਡੱਡ ਹੈ ਵੀ ਜਿਹੜਾ ਕੌਮ ਦਾ ਜਥੇਦਾਰ, ਜਿਹਨੂੰ ਕੌਮ ਨੇ ਐਡਾ ਰੁਤਬਾ ਦਿੱਤਾ ਹੋਇਆ, ਉਹ ਪੁਲਿਸ ਕੋਲੋਂ ਇਨਸਾਫ ਦੀ ਮੰਗ ਕਰੇ ਵੀ ਸਾਨੂੰ ਪੁਲਿਸ ਕੋਲੋਂ ਇਨਸਾਫ ਨਹੀਂ ਮਿਲ ਰਿਹਾ। ਦੁੱਖ ਇਸ ਗੱਲ ਦਾ ਹੈ। ਫਿਰ ਜਦੋਂ ਲਾਅ ਐਂਡ ਆਰਡਰ ਦੀ ਗੱਲ ਪ੍ਰਧਾਨ ਜਗੀਰ ਕੌਰ ਕਰਦੀ ਹੈ, ਮੈਂ ਬੀਬੀਆਂ ਵਿੱਚ ਨਹੀਂ ਗਿਣਦਾ ਉਹਨੂੰ, ਇਸ ਕਰਕੇ ਮੈਂ ਬੀਬੀ ਸ਼ਬਦ ਨਹੀਂ ਲਾਇਆ, ਕਿਉਂਕਿ ਕਾਤਲ ਜਿਹੜੇ ਹੁੰਦੇ ਨੇ ਆਪਣੇ ਪਰਿਵਾਰਾਂ ਨੂੰ ਮਾਰਨ ਵਾਲੇ, ਉਹਨਾਂ ਨੂੰ ਸਤਿਕਾਰਕ ਸ਼ਬਦ ਨਾਲ ਨਹੀਂ ਨਵਾਜਿਆ ਜਾ ਸਕਦਾ। ਜੋ ਪ੍ਰਧਾਨ ਜਗੀਰ ਕੌਰ ਹੈ ਤੇ ਉਹ ਇਹ ਗੱਲ ਕਹਿੰਦੀ ਹੈ ਵੀ ਲਾਅ ਐਂਡ ਆਰਡਰ ਜਿਹੜਾ ਸੀ ਉਹ ਮੇਨਟੇਨ ਕਰਨਾ ਸੀ, ਅਸੀਂ ਨਹੀਂ ਕਰ ਸਕਦੇ। ਪਰ ਦੁੱਖ ਇਸ ਗੱਲ ਦਾ ਹੈ 328 ਸਰੂਪਾਂ ਜਦੋਂ ਅਸੀਂ ਹਿਸਾਬ ਲੈਣ ਬੈਠੇ, ਸਾਡੇ ਸਿੰਘਾਂ ਨੂੰ ਵੱਢਿਆ ਗਿਆ, ਮਾਰਿਆ ਗਿਆ, ਬੀਬੀਆਂ ਦੇ ਪਟ ਕੱਪੜੇ ਪਾੜੇ ਗਏ, ਉਦੋਂ ਲਾਅ ਐਂਡ ਆਰਡਰ ਕਿੱਥੇ ਸੀ? 6 ਜੂਨ ਨੂੰ ਇਹ ਸ਼ੁਕਰ ਹੈ ਵੀ ਇਸ ਵਾਰ ਪਤਾ ਨਹੀਂ ਕਿਵੇਂ ਕਹਿਤਾ ਵੀ ਖਾਲਿਸਤਾਨ ਡੇ ਜਿਹੜਾ ਜਥੇਦਾਰ ਜੀ ਨੇ ਮਨਾਇਆ ਜਾ ਰਿਹਾ ਹੈ, ਮਨਾ ਰਹੇ ਆ, ਜਾਂ ਉੱਥੇ ਸ਼ਹੀਦਾਂ ਦਾ ਨਾਂ ਲੈ ਕੇ ਅਰਦਾਸ ਕੀਤੀ। ਦਿਸ ਇਜ਼ ਦਾ ਫਸਟ ਟਾਈਮ ਇਨ 35 ਈਅਰ ਹੈ ਨਾ। ਤੇ ਉਦੋਂ ਲਾਅ ਆਰਡਰ ਕਿੱਥੇ ਜਾਂਦਾ ਹੈ? ਜਦੋਂ ਉੱਥੇ ਕਿਰਪਾਨਾਂ ਸ਼ਰੇਆਮ, ਕਿਉਂਕਿ ਇੱਕ ਤਾਂ ਕੱਲੀਆਂ ਫੋਟੋਆਂ ਨੇ, ਸ਼ਰੇਆਮ ਲੋਕਾਂ ਦੇ ਕੋਲ ਵੀਡੀਓਜ਼ ਨੇ, ਅੰਦਰ ਕਿਰਪਾਨਾਂ ਚੱਲ ਰਹੀਆਂ ਨੇ, ਬਾਹਰ ਕਿਰਪਾਨਾਂ ਚੱਲ ਰਹੀਆਂ ਨੇ। ਕੀ ਇਹ ਕਿਰਪਾਨਾਂ ਜਾਂ ਕੀ ਇਹ ਬਰਛੇ? ਮੈਂ ਫਿਰ ਕਹਿ ਰਿਹਾ ਵੀ ਸ਼੍ਰੋਮਣੀ ਕਮੇਟੀ ਮਾੜੀ ਨਹੀਂ, ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਮਾੜਾ ਹੈ, ਪ੍ਰਬੰਧਕ ਮਾੜੇ ਨੇ। ਸਾਡਾ ਸ਼੍ਰੋਮਣੀ ਕਮੇਟੀ ਨਾਲ ਕੋਈ ਜ਼ਮੀਨ ਦਾ ਝਗੜਾ ਨਹੀਂ। ਜੇ ਅਸੀਂ ਸ਼੍ਰੋਮਣੀ ਕਮੇਟੀ ਕੋਲੋਂ ਰੁਤਬੇ ਲੈਣੇ ਹੋਣ ਜਾਂ ਸ਼੍ਰੋਮਣੀ ਕਮੇਟੀ ਕੋਲੋਂ ਅਸੀਂ ਵਡਿਆਈ ਲੈਣੀ ਹੋਵੇ ਤਾਂ ਅਸੀਂ ਉਹਦੇ ਹੱਕ ਵਿੱਚ ਭੁਗਤੀ, ਅਸੀਂ ਖਿਲਾਫ ਨਾ ਬੋਲਦੇ ਫਿਰੀਏ। ਪਰ ਸਾਡਾ ਕੋਈ ਜ਼ਮੀਨ ਦਾ ਝਗੜਾ ਨਹੀਂ, ਉਹਨਾਂ ਕੋਈ ਵੈਰ ਨਹੀਂ। ਪਰ ਦੁੱਖ ਇਸ ਗੱਲ ਦਾ ਹੈ ਵੀ ਜਿੱਡੀ ਉਹ ਸੰਪਰਦਾ, ਜਿੱਡਾ ਉਹ ਸਿਸਟਮ ਹੈ, ਉਸ ਤਰੀਕੇ ਨਾਲ ਅਜੇ ਤੱਕ ਉਹ ਕੌਮ ਨੂੰ ਸਾਂਭ ਨਹੀਂ ਸਕੇ, ਪੰਥ ਨੂੰ ਸਾਂਭ ਨਹੀਂ ਸਕੇ। ਬਿਲਕੁਲ। ਸੋ ਇੱਥੇ ਐਸਜੀਪੀਸੀ ਦੇ ਪ੍ਰਬੰਧਾਂ ਦੇ ਉੱਤੇ ਸਿੱਧੇ ਸਵਾਲ ਉੱਠ ਰਹੇ ਨੇ ਤੇ ਬੀਬੀ ਜੀ ਨੇ ਵੀ ਜਿਹੜਾ ਕਿਹਾ ਕਿ ਇੱਕ ਮਰਿਆਦਾ ਦੀ ਵੀ ਗੱਲ ਉੱਠੀ ਹੈ ਕਿ ਜਦੋਂ ਸਿਗਰਟ ਉੱਥੇ ਸੁੱਟੀ ਗਈ, ਉਸ ਤੋਂ ਬਾਅਦ ਦਰਬਾਰ ਨੂੰ ਅੰਦਰੋਂ ਨਹੀਂ ਧੋਤਾ ਗਿਆ, ਉਸ ਤਰੀਕੇ ਨਾਲ ਸਾਫ਼ ਨਹੀਂ ਕੀਤਾ ਗਿਆ, ਸਿਰਫ ਚਾਦਰ ਬਦਲੀ ਗਈ। ਬੀਬੀ ਤੁਸੀਂ ਕੀ ਕਹਿਣਾ ਚਾਹੁੰਦੇ ਸੀ ਕਿ ਥੱਪੜ ਵੀ ਨਹੀਂ ਮਾਰਿਆ ਗਿਆ, ਕੁਝ ਕਹਿ ਰਹੇ ਸੀ ਤੁਸੀਂ? ਬਿਲਕੁਲ ਨਹੀਂ ਮਾਰਿਆ, ਚੁੱਪ ਕਰਕੇ ਬਾਂਹ ਫੜ ਕੇ ਬਾਹਰ ਲੈਂਦਾ ਹੈ। ਕਿਸੇ ਨੇ ਕੋਸ਼ਿਸ਼ ਕੀਤੀ ਸੀ ਸੰਗਤ ਦੇ ਵਿੱਚੋਂ ਕਿ ਉਹਨੂੰ? ਇਹ ਮਗਰ ਉਹਨੇ ਬਿਆਨ ਦਿੱਤੇ ਜਿਹੜੇ ਸਵੇਰੇ ਉੱਥੇ ਹੁੰਦੀ ਹੈ। ਇੱਕ ਭਾਈ ਨੇ ਬਾਹਰੋਂ ਮਾਰੀ ਤੇ ਫਿਰ ਬਾਕੀ ਬੰਦਿਆਂ ਨੂੰ ਤਾਂ ਪਤਾ ਨਹੀਂ ਲੱਗਣ ਦਿੱਤਾ। ਤੁਸੀਂ ਰੋਜ਼ਾਨਾ ਇੱਥੇ ਆਉਂਦੇ ਹੋ ਪ੍ਰਕਾਸ਼ ਵੇਲੇ? ਹਾਂਜੀ, ਰੋਜ਼ਾਨਾ ਹੀ ਹੁੰਦੇ। ਅਨੰਦਪੁਰ ਸਾਹਿਬ ਦੇ ਰਹਿਣ ਵਾਲੇ ਹੋ? ਮਤਲਬ ਵੀ ਮੇਰਾ ਵੀਰ ਇੱਥੇ ਹੁੰਦਾ, ਇਹ ਪੂਰਾ ਹੋ ਗਿਆ, ਉਹਦੇ ਘਰ ਚਾਹੀਦਾ ਵਾ, ਮਹੀਨਾ 10 ਦਿਨ ਰਹਿ ਜੀਦਾ ਵਾ। ਹਾਂਜੀ। ਅਜਾ ਵੀ ਇਹ ਗੱਲ ਹੋ ਪੁੱਛਣੀ ਵੀ ਉਹ ਟਾਈਮ ਜਿਹੜਾ 4 ਔਰ 3 ਦੇ ਵਿਚਾਲੇ ਸੀਗਾ ਜਦੋਂ ਬੀੜੀ ਸੁੱਟੀ ਹੈ? ਹਾਂਜੀ, 4:30 4:30 ਦਾ ਸੀ। ਹਾਂਜੀ। ਪ੍ਰਮਾਣਾ ਜੀ ਗੱਲ ਨੋਟ ਕਰਿਓ, FIR ਦੇ ਵਿੱਚ 9:35 ਦੱਸਿਆ ਆ। ਜਿਹੜੀ FIR ਕਰੀ 9:35 ਦੀ ਆ, 9:35 ਦੱਸਿਆ ਆ। ਇਹ ਟੈਕਨੀਕਲੀ ਚਲੋ ਹੁਣ 9:35 ਤੇ
ਇਹ ਪਰਚਾ ਕੱਟਿਆ ਜਾਂਦਾ ਜੀ। ਪਰ ਇਹੀ ਗੱਲਾਂ ਨਿੱਕੀਆਂ ਨਿੱਕੀਆਂ ਗੱਲਾਂ, ਕਿਉਂਕਿ ਜਦੋਂ ਕੋਰਟ ਦੇ ਵਿੱਚ ਜਾ ਕੇ ਜੱਜ ਸਾਹਮਣੇ ਬੈਠੇਗਾ, ਵਕੀਲ ਬੋਲੇਗਾ ਤੇ ਵਕੀਲ ਕਰੇਗਾ ਵੀ ਆ ਤਾਂ 9:35 ਤੇ ਘਟਨਾ 4:35, ਤੇ ਇਹ ਬਹੁਤ ਗੱਲਾਂ ਜਿਹੜੀਆਂ ਨੇ ਇਹ ਪ੍ਰਸ਼ਾਸਨ ਨੂੰ ਵੀ ਧਿਆਨ 'ਚ ਰੱਖਣੇ ਚਾਹੀਦੇ ਨੇ। ਇਹਨਾਂ ਨੂੰ ਵੀ, ਇਹਨਾਂ ਕੋਲ ਛੋਟੀ ਮੋਟੀ ਤਾਂ ਬੜੇ ਫੌਜ ਬੈਠੀ ਇਹਨਾਂ ਕੋਲ ਵਕੀਲਾਂ ਦੀ, ਪਰ ਵੀ ਇੱਦਾਂ ਦੇ ਨਿੱਕੀਆਂ ਨਿੱਕੀਆਂ ਗਲਤੀਆਂ ਇਹ ਇਹਨਾਂ ਵਾਸਤੇ ਨਿੱਕੀਆਂ ਨੇ, ਕੌਮ ਵਾਸਤੇ ਬੜੀਆਂ ਵੱਡੀਆਂ। ਤੁਸੀਂ ਡਿਮਾਂਡ ਕੀ ਕਰਦੇ ਹੋ? ਮੈਂ ਇਹ ਗੱਲ ਇਹ ਕਹਿਣਾ ਚਾਹਨਾ ਵੀ ਮੇਰਾ ਜਿਹੜਾ ਤਜਰਬਾ ਨਾ, ਮੇਰੀ ਉਮਰ 52 ਸਾਲ ਦੀ ਹੈ। ਮੈਂ ਪੜ੍ਹਦਾ ਕਾਲਜ 20 ਸਾਲ ਦਾ 20 ਸਾਲ ਤੋਂ ਲੈ ਕੇ ਹੁਣ ਤਾਈਂ ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਬੰਦੇ ਆ। ਮੈਂ ਇੱਥੇ ਦਾ ਜ਼ਿਲ੍ਹਾ ਇੰਚਾਰਜ ਹਾਂ। ਅਸੀਂ ਆਪਣਾ ਜਿਹੜਾ ਸਾਡਾ ਤਜਰਬਾ, ਸਾਡੀ ਜਿਹੜੀ ਐਜੂਕੇਸ਼ਨ ਹੈ ਨਾ, ਜੋ ਅਸੀਂ ਕੋਟਾਂ ਵਿੱਚ ਦੇਖਿਆ, ਉਹਨੂੰ ਮੁੱਖ ਰੱਖ ਕੇ ਅਸੀਂ ਗੱਲ ਕਰਦੇ ਹਾਂ ਵੀ ਜਿਹੜੇ ਆਹ ਪੁਆਇੰਟ ਉਠਾਏ ਆ ਨਾ, ਆ ਜਿਹੜੀਆਂ ਧਾਰਾਂ ਲੱਗੀਆਂ ਨਾ, ਇਹ ਧਾਰਾਂ ਬਾਰੇ ਅਸੀਂ ਜਿਹੜਾ ਇੱਕ ਵਕੀਲ ਦੱਸ ਸਕਦਾ ਉਹਨੂੰ ਅਸੀਂ ਦੱਸ ਸਕਦੇ ਹਾਂ। ਆ ਜਿਹੜੀ ਯੂਪੀ ਦੀ ਗੱਲ ਕਰੀਏ ਨਾ, ਜਾਂ 295 ਦੀ, ਇਹ ਦੋ ਧਾਰਾਂ ਐਸੀਆਂ, ਇਹਨਾਂ ਨੂੰ ਜਿਹੜਾ ਗ੍ਰਹਿ ਵਿਭਾਗ ਹੈ, ਜਦੋਂ ਗ੍ਰਹਿ ਵਿਭਾਗ ਪਰਮਿਸ਼ਨ ਨਹੀਂ ਦਿੰਦਾ ਉਦੋਂ ਤੱਕ ਇਹ ਲੱਗਦੀਆਂ ਨਹੀਂ। ਇਹਦੇ 'ਚ ਪ੍ਰੋਬਲਮ ਇਹ ਹੈ ਵੀ ਗ੍ਰਹਿ ਵਿਭਾਗ ਨੇ ਅੱਜ ਤਾਈਂ ਜਿਹੜੀ ਜਿੱਦਾਂ ਹੁਣ ਗ੍ਰਹਿ ਵਿਭਾਗ ਪਹਿਲਾਂ ਸੁਖਬੀਰ ਕੋਲ ਸੀ, ਹੁਣ ਉਹ ਹੈਗਾ ਕੈਪਟਨ ਦੇ ਕੋਲ ਹੈ। ਗ੍ਰਹਿ ਵਿਭਾਗ ਇਹਦੀ ਪਰਮਿਸ਼ਨ ਹੀ ਨਹੀਂ ਦਿੰਦਾ। ਉਹ ਪਰਮਿਸ਼ਨ ਨਾ ਦੇਣੇ ਕਰਕੇ ਉਹ ਬੰਦਾ ਜਿਹੜੇ ਹੈਗਾ ਇੱਕ ਸਿੱਖ, ਉਹ ਤਾਂ ਅੰਦਰ ਰਹੇਗਾ, ਉਹ ਅੰਦਰ ਰਹਿੰਦਾ, ਉਹਦੀ ਪਰਵਾਹ ਨਹੀਂ ਹੁੰਦੀ। ਜਿਹੜਾ ਕੋਈ ਹੋਰ ਹੋਵੇ ਉਹ ਪਰਮਿਸ਼ਨ ਦਿੰਦੇ ਨਹੀਂ। ਤੇ ਫਿਰ ਕੀ ਹੈ, ਕੋਰਟ ਹੈ ਜਿਹੜੀ, ਕੋਰਟ ਨਾਲ ਮਿਲੇ ਹੋਏ ਆ, ਕੋਰਟ ਦੇ ਨਾਲ ਇਹਨਾਂ ਦੀ ਗੱਲ। ਕੋਰਟ ਕੀ ਕਰਦੀ ਹੈ, ਕੋਰਟ ਉਹਨਾਂ ਨੂੰ ਜਾਂ ਜ਼ਮਾਨਤ ਦੇ ਦਿੰਦੀ ਹੈ ਜਾਂ ਉਹਨਾਂ ਨੂੰ ਬਰੀ ਕਰ ਦਿੰਦੀ ਹੈ, ਬਰੀ ਕਰ ਦਿੰਦੀ ਹੈ। ਇਹ ਪ੍ਰੋਬਲਮ ਹੈ ਜੀ। ਫਿਰ ਕੀ ਕਰਨਾ ਚਾਹੀਦਾ ਇਹੋ ਜਿਹੇ ਦੋਸ਼ੀ ਨਾਲ? ਤੁਸੀਂ ਕੀ ਮੰਨਦੇ ਹੋ ਇੱਕ ਸਿੱਖ ਹੋਣ ਦੇ ਨਾਤੇ? ਦੇਖੋ, ਜੇ ਤਾਂ ਅਸੀਂ ਗੱਲ ਕਰੀਏ ਕੰਸਟੀਟਿਊਸ਼ਨ ਦੀ, ਕਾਨੂੰਨ ਦੀ ਗੱਲ ਕਰੀਏ, ਜਿਹੜਾ ਇਹ ਕਾਨੂੰਨ ਹੈ ਨਾ, ਇਹ ਸਿੱਖ ਕੌਮ ਵਾਸਤੇ, ਸਿੰਘ ਘਰ ਵਾਸਤੇ, ਸਿੱਖ ਕੌਮ ਵਾਸਤੇ, ਸਿੱਖ ਵਾਸਤੇ ਦੋ ਧਾਰਾ ਹੈ। ਜਿਹੜਾ ਸਾਡੇ ਨਾਲ ਮੇਰੇ ਪਰ ਵੀ ਲੱਗੀ ਹੈ ਧਾਰਾ, ਮੇਰੇ ਪਰ 24-25 ਧਾਰਾ ਲੱਗੀਆਂ ਤੀਆਂ ਐਸੇ ਅਨੰਦਪੁਰ ਸਾਹਿਬ ਦੇ ਵਿੱਚ। ਉਦੋਂ ਮੇਰੀ ਉਮਰ ਕੋਈ 22-23 ਸਾਲ ਦੀ ਸੀਗੀ। ਅਸੀਂ ਇੱਥੇ ਖਾਲਿਸਤਾਨ ਦਾ ਝੰਡਾ ਚੜਾਇਆ ਸੀਗਾ, ਮੇਰੇ ਨਾਲ 25 ਮੁੰਡੇ ਦੇ ਨੌਜਵਾਨ ਸੀ। ਉਦੋਂ ਅਸੀਂ ਆਲ ਇੰਡੀਆ ਸਿੱਖ ਟੂ ਫੈਡਰੇਸ਼ਨ ਦੇ ਵਿੱਚ ਮੈਂ ਰਿਹਾ ਗੁਰਜੀਤ ਧੜੇ ਨਾਲ, ਤੇ ਅਸੀਂ ਇੱਥੇ ਖਾਲਿਸਤਾਨ ਦਾ ਝੰਡਾ ਚੜਾਇਆ। ਤੇ ਚੜਾਉਣ ਤੋਂ ਬਾਅਦ ਅਸੀਂ ਨਾਅਰੇ ਲਾਏ। ਇਸੇ SGPC ਨੇ ਉਸ ਟਾਈਮ ਪੁਲਿਸ ਬੁਲਾਈ। ਇੱਥੇ ਦੀ ਗੱਲ ਆ, ਅਸੀਂ ਝੰਡਾ ਚੜਾਤਾ ਤੇ ਪੁਲਿਸ ਆ ਗਈ 4 ਸਵੇਰੇ, ਸਾਨੂੰ ਘੇਰ ਲਿਆ। ਕੁਝ ਬੰਦੇ ਸਾਡੇ ਅੱਗੇ ਪਿੱਛੇ ਹੋ ਕੇ ਸਾਡੇ 5 ਬੰਦੇ ਗ੍ਰਿਫਤਾਰ ਕਰ ਲਏ। ਮੈਨੂੰ ਥਾਣੇ ਨੇਤਾ ਗਿਆ, ਉੱਥੇ ਮੈਨੂੰ ਇੰਟੈਰੋਗੇਟ ਕੀਤਾ। ਫਿਰ ਮੈਨੂੰ ਉਹਨਾਂ ਨੇ ਸੀਆ ਸਟਾਫ ਨੇਤਾ, ਉੱਥੇ ਮੈਨੂੰ 5 ਵਾਰ ਇੰਟੈਰੋਗੇਟ ਕਰਿਆ ਉਸ ਵੇਲੇ ਨੌਜਵਾਨੀ ਦੀ ਉਮਰ ਦੇ ਵਿੱਚ। ਯਾਨੀ ਕਿ ਤੁਹਾਡੇ ਤੇ ਵੀ ਸੇਮ ਧਾਰਾ ਲੱਗੀ ਹੈ। ਅੱਜ ਜਿਹੜਾ ਦੋਸ਼ੀ ਫੜਿਆ ਗਿਆ ਉੱਤੇ ਵੀ ਲੱਗੀ ਹੈ। ਤੁਹਾਨੂੰ ਲੱਗਦਾ ਹੈ ਕਿ ਉਹਨੂੰ ਇੰਟੈਰੋਗੇਟ ਨਹੀਂ ਕੀਤਾ ਹੋਊਗਾ? ਰਿਮਾਂਡ ਤੇ ਇਸ ਵਕਤ ਪੁਲਿਸ ਰਿਮਾਂਡ। ਅਸੀਂ ਜਿਹੜੀ ਚੀਜ਼ ਅਸੀਂ ਦੇਖੀ ਨਹੀਂ ਵੀ ਉਹਨੂੰ ਇੰਟੈਰੋਗੇਟ ਕਰਿਆ ਜਾਂ ਨਾ ਕਰਿਆ, ਇਹਦੇ ਬਾਰੇ ਅਸੀਂ ਐਕਸਪਲੇਨ ਨਹੀਂ ਕਰ ਸਕਦੇ। ਉਹ ਕਰਿਆ ਵੀ ਜਾ ਸਕਦਾ, ਨਹੀਂ ਵੀ ਕਰਿਆ ਜਾ ਸਕਦਾ, ਕਿਉਂਕਿ ਇਹ ਹੈਗਾ ਮੈਟਰ ਪੁਲਿਸ ਦਾ। ਪੁਲਿਸ ਅਸੀਂ ਦੇਖਿਆ, CS ਸਟਾਫ ਮੈਂ ਝੱਲਿਆ, ਜਿਹੜੇ ਬਹੁਤ ਵੱਡੇ ਦੋਸ਼ੀ ਵੀ ਸੀ ਉਹਨਾਂ ਨੂੰ ਇੰਟੈਰੋਗੇਟ ਨਹੀਂ ਕਰਿਆ। ਉਹਨਾਂ ਦੀ ਤੁਸੀਂ ਉਹੀ ਕਹਿਣਾ ਚਾਹੁੰਦੇ ਕਿ ਸਿੱਖਾਂ ਦੇ ਲਈ ਜਿਹੜਾ ਹੈਗਾ, ਸਿੱਖਾਂ ਦੇ ਲਈ ਤੇ ਬਾਕੀਆਂ ਦੇ ਲਈ ਕਾਨੂੰਨ ਹੈ ਜਿਹੜਾ ਉਹ ਦੋਹਰਾ ਮਾਪਦੰਡ ਅਪਣਾਉਣ। ਓਕੇ, ਇਸ ਮਸਲੇ ਦੇ ਵਿੱਚ ਤੁਸੀਂ ਕੀ ਚਾਹੁੰਦੇ ਹੋ? ਦੋਸ਼ੀ ਨੂੰ ਕਿਹੋ ਜਿਹੀ ਮਿਸਾਲੀ ਸਜ਼ਾ ਮਿਲੇ ਕਿ ਮੁੜ ਕੇ ਇਹੋ ਜਿਹਾ ਕੁਝ ਨਾ ਹੋ ਸਕੇ? ਸਾਡੇ ਕੋਲ ਤਾਂ ਮਿਸਾਲੀ ਸਜ਼ਾ ਇਹੀ ਹੈ ਵੀ ਉਹਦਾ ਫਿਰ ਇੱਥੇ ਹਿਸਾਬ ਕਿਤਾਬ ਬਰਾਬਰ ਇੱਥੇ ਹੀ ਹੋ ਜਾਣਾ ਚਾਹੀਦਾ। ਪਰ ਇੱਥੇ ਕਿਸੇ ਨੇ ਕੀਤਾ ਨਹੀਂ, ਇੱਥੇ ਕਰਿਆ ਨਹੀਂ, ਇਹ ਨਹੀਂ ਜਾਣ ਕੇ ਨਹੀਂ ਕਰਿਆ। ਔਰ ਜੇ ਚਾਹੁੰਦੇ ਕਰ ਸਕਦੇ ਸੀ, ਅਸੀਂ ਇੱਥੇ ਹੁੰਦੇ ਨਾ ਤਾਂ ਅਸੀਂ ਕਰਕੇ ਦੱਸ ਦਿੰਦੇ, ਅਸੀਂ ਕਰਿਆ। ਕਿਉਂਕਿ ਪਰ ਫਿਰ ਉਹੀ ਗੱਲ ਆ ਜਾਂਦੀ ਹੈ ਕਿ ਕਾਨੂੰਨ ਨੂੰ ਹੱਥ ਚਲਾਉਂਗੇ। ਕਾਨੂੰਨ ਕਨਾਨ ਦਾ ਕੋਈ ਮਤਲਬ ਨਹੀਂ ਹੈ ਜਦ ਕਾਨੂੰਨ ਨਹੀਂ ਸਾਡੀ ਸਪੋਰਟ ਕਰਦਾ। ਜਦੋਂ ਅਸੀਂ ਕਾਨੂੰਨ ਦੇ ਮੁਤਾਬਕ ਨਹੀਂ ਚੱਲਦਾ ਨਾ, ਤਾਂ ਸਾਨੂੰ ਕਾਨੂੰਨ ਦੀ ਵੀ ਕੋਈ ਪਰਵਾਹ ਨਹੀਂ ਹੈ। ਤੁਹਾਡੇ ਗੁਰੂ ਦੇ ਸਿਧਾਂਤ ਕੀ ਕਹਿੰਦੇ ਨੇ? ਸਿੱਖੀ ਦੇ ਸਿਧਾਂਤ ਕੀ ਕਹਿੰਦੇ ਨੇ? ਗੁਰਦੁਆਰਾ ਸਾਹਿਬ ਦੇ ਅੰਦਰ, ਗੁਰੂ ਦੇ ਦਰਬਾਰ ਦੇ ਅੰਦਰ ਕਾਨੂੰਨ ਲਾਗੂ ਹੁੰਦਾ? ਜਿਹੜੀ SGPC ਹੈ ਨਾ, SGPC 1925 ਚ ਬਣੀ ਹੈ। ਇਹ ਵੀ ਇੱਕ ਕਾਨੂੰਨ ਦੇ ਹਿਸਾਬ ਨਾਲ ਬਣੀ। ਉਹਦੇ ਵਿੱਚ ਸਾਡੇ ਬਜ਼ੁਰਗ ਵੀ ਸੀ, ਦਾਨ ਸਿੰਘ ਬਿਸ਼ੋਆ, ਇਹ ਸਾਰਾ ਅਸੀਂ ਪੜ੍ਹਿਆ ਆ। ਹਰ ਚੀਜ਼ ਜਿਹੜੀ ਹੈ, ਜਦੋਂ 1947 ਆਈ ਹੈ ਨਾ, 1947 ਤੋਂ ਬਾਅਦ ਦੇਸ਼ ਆਜ਼ਾਦ ਹੋਇਆ, ਤਾਂ ਇਹ ਜਿਹੜੇ ਕਾਨੂੰਨ ਹੈ ਜਿਹੜੇ ਇਹ ਬਣੇ ਆ, ਕਾਨੂੰਨ ਉਹੀ ਸੀ ਅੰਗਰੇਜ਼ ਵਾਲੇ। ਇਹਦੇ ਵਿੱਚ ਅਮੈਂਡਮੈਂਟਾਂ ਹੋ ਗਈਆਂ, ਬਹੁਤ ਸਾਰੀਆਂ ਅਮੈਂਡਮੈਂਟਾਂ, ਪਰ ਅਮੈਂਡਮੈਂਟ ਇਸ ਢੰਗ ਦੇ ਨਾਲ ਹੋਈਆਂ, ਉਹ ਸਿੱਖ ਕਮਿਊਨਿਟੀ ਵਾਸਤੇ ਨਹੀਂ ਹੋਈਆਂ, ਲੇਕਿਨ ਉਹਨਾਂ ਵਾਸਤੇ, ਦੂਆਂ ਵਾਸਤੇ ਹੋਈਆਂ। ਇਸ ਕਰਕੇ ਇਹ ਜਿਹੜੇ ਕਾਨੂੰਨ ਹੈ, ਇਹਨਾਂ ਨੂੰ ਅਸੀਂ ਦੋ ਧਾਰੇ ਕਹਾਂਗੇ। ਔਰ ਕੋਰਟ ਦੇ ਵਿੱਚ ਵੀ, ਕੋਰਟ 'ਚ ਸਿੱਖ ਨੂੰ ਜ਼ਮਾਨਤ ਨਹੀਂ ਮਿਲਦੀ। ਉਹੀ ਜੱਜ ਜਿਹੜਾ ਸੈਣੀ ਹੈ, ਸੈਣੀ ਨੂੰ ਕਿੰਨੀ ਵਾਰੀ ਜ਼ਮਾਨਤਾਂ ਦੇ ਦਿੰਦਾ ਬਗੈਰ ਮਤਲਬ, ਉਹੀ ਜੱਜ। ਤੇ ਇੱਕ ਸਿੱਖ, ਸਾਡੇ ਬਹੁਤ ਸਾਰੇ ਐਸੇ ਸਿੱਖ ਹੈ ਜਿਹੜੇ ਮੇਰੇ ਨਾਲ ਦੇ ਹਜੇ ਵੀ ਅੰਦਰ ਬੈਠੇ ਆ। ਬਿਲਕੁਲ ਬਿਲਕੁਲ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿ ਜਿਹੜਾ ਦੋਹਰਾ ਮਾਪਦੰਡ ਅਪਣਾਇਆ ਜਾਂਦਾ। ਬੀਬੀ ਜੀ ਉਸ ਵਕਤ ਬੇਅਦਬੀ ਦੀ ਘਟਨਾ ਵੇਲੇ ਅੰਦਰ ਸੀ। ਬੀਬੀ ਜੀ, ਬਾਅਦ ਚੋਂ ਫਿਰ SGPC ਦੇ ਕਿਸੇ ਵੀ ਨੁਮਾਇੰਦੇ ਦੇ ਵੱਲੋਂ ਜਾਂ ਫਿਰ ਕਿਸੇ ਵੀ ਕਰਮਚਾਰੀ ਦੇ ਵੱਲੋਂ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਗਈ ਹੈ? ਬਹਿ ਕੇ ਇਸ ਘਟਨਾ ਦੇ ਬਾਰੇ ਜਾਣਿਆ ਗਿਆ? ਨਾ ਕਿਸੇ ਸੰਗਤ ਨੂੰ ਪਿਸ਼ਕ ਵੀ ਨਹੀਂ ਨਿਕਲਣ ਦਿੱਤੀ।
ਕਿਸੇ ਨੂੰ ਨਹੀਂ ਪਿਛਕਣੇ। ਇਹ ਤੇ ਮਗਰੋਂ ਸਿਵਲ ਦੇ ਬੰਦਾ ਆ, ਜਵਾਰ ਸਿੰਘ ਇੱਧਰ ਰਹਿੰਦਾ ਨਹਿਰਾ ਵੱਲ, ਉਹਨੇ ਨੈਟ ਤੇ ਚਾੜਿਆ, ਫਿਰ ਅੱਛਾ ਇਹਨਾਂ ਨਹੀਂ ਚਾੜਿਆ, ਉਹਨਾਂ ਚਾੜਿਆ। ਤੁਸੀਂ ਤਾਂ ਆ ਕੇ ਦੱਸਿਆ ਹੋਣਾ ਨਾ ਬਾਹਰ ਵੀ ਇਸ ਤਰ੍ਹਾਂ ਦੀ ਘਟਨਾ ਵਾਪਰੀ। ਅਸੀਂ ਮੈਂ ਸੇਵਾਦਾਰਾਂ ਨੂੰ ਪੁੱਛਿਆ ਕੀ ਬਣਿਆ, ਦੂਜੇ ਦਿਨ ਵੀ ਪੁੱਛਿਆ, ਜਥੇਬੰਦੀਆਂ ਆ ਰਹੀਆਂ ਨੇ, ਉਹ ਕਰਨਗੀਆਂ, ਵੇਖੋ ਕੀ ਫੈਸਲਾ ਲੈਂਦੀਆਂ ਨੇ। ਯਾਨੀ ਕਿ ਤੁਹਾਡੇ ਮੁਤਾਬਿਕ ਇਹਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ। ਬਿਲਕੁਲ, ਹਾਂਜੀ ਹਾਂਜੀ। ਕੀ ਕਿਉਂ ਇਹੋ ਜਿਹਾ, ਕਿਉਂ ਤੁਹਾਨੂੰ ਕੀ ਲੱਗਦਾ ਕਿਉਂ ਕੀਤਾ ਹੋਊਗਾ? ਲੁਕਾਉਣ ਦਾ ਕੀ ਮਤਲਬ? ਲੁਕਾਉਣ ਦਾ ਇਹ ਮਤਲਬ ਆ ਵੀ ਜੇ ਇਹੋ ਜਿਹਿਆਂ ਨੂੰ ਸਜ਼ਾਵਾਂ ਮਿਲਣ ਤਾਂ ਦੂਜਾ ਕੰਮ ਇਹਨਾਂ ਨੂੰ ਮੌਕਾ ਨਹੀਂ ਮਿਲਦੀ ਕਰਨ ਦੀ। ਕਿਉਂ ਮਿਲਦੀਆਂ ਨੇ? ਮੁੱਢ ਤੋਂ ਅਸੀਂ ਵੇਖਦੇ ਆ ਵੀ ਇਹਨਾਂ ਦੀ ਸ਼ਹਿ ਆ ਨਾ। ਸੋ ਬਹੁਤ ਵੱਡੇ ਇਲਜ਼ਾਮ ਜਿਹੜੇ ਲੱਗ ਰਹੇ ਨੇ। ਹਾਂ ਇੱਕੋ ਹੀ ਮਿੰਟ। ਗੱਲ ਇਹ ਹੈ ਵੀ ਜਿਹੜੀ ਸਾਡੀ ਐਸਜੀਪੀਸੀ ਦਾ ਪ੍ਰਬੰਧਕ ਹੈ ਨਾ ਇੱਥੇ ਦੇ, ਚਾਹੇ ਜਥੇਦਾਰ ਹੈ ਜਾਂ ਮੈਨੇਜਰ ਹੈ ਜਾਂ ਇੱਥੇ ਦਾ ਮੈਨੇਜਮੈਂਟ ਹੈ, ਉਹ ਜਿਹੜੀ ਇੱਥੇ ਦੀ ਸੀਸੀਟੀਵੀ ਫੁਟੇਜ ਆ ਉਹਨੂੰ ਜਨਤਕ ਕਰੇ ਤਾਂ ਕਿ ਆਮ ਸਿੱਖ ਨੂੰ ਹਰ ਦੇਸ਼ਾਂ ਵਿਦੇਸ਼ਾਂ ਪਤਾ ਲੱਗੇ ਵੀ ਉਹ ਬੀੜੀ ਤੀ ਜਾਂ ਸਿਗਰਟ ਸੀ ਜਾਂ ਉੱਥੇ ਦੀ ਜਿਹੜੀ ਇੱਥੇ ਦੀ ਪਵਿੱਤਰਤਾ ਹੈ। ਜਦੋਂ ਬੀੜੀ ਸਿਗਰਟ ਪੀ ਕੇ ਨਿਕਲ ਗਿਆ, ਇਹਨਾਂ ਨੇ ਉਹਨੂੰ ਮੁੜ ਕੇ ਪਾਣੀ ਨਾਲ ਕਿਉਂ ਨਹੀਂ ਧੋਤਾ, ਦੁੱਧ ਦੇ ਨਾਲ ਕਿਉਂ ਨਹੀਂ ਧੋਤਾ, ਬਕਾਇਦਾ ਉੱਥੇ ਕਿਉਂ ਨਹੀਂ ਕੱਪੜੇ ਬਦਲੇ, ਰਹਿਤ ਮਰਿਆਦਾ ਜਿਹੜੀ ਸਾਡੀ ਹੈ ਉਹਨੂੰ ਕਿਉਂ ਨਹੀਂ ਫੋਲੋਅਪ ਨਹੀਂ ਕਰਿਆ। ਜੀ ਬਿਲਕੁਲ। ਸੋ ਬੜੇ ਸਵਾਲ ਨੇ ਜਿਹੜੇ ਉੱਠ ਰਹੇ ਨੇ। ਸਭ ਤੋਂ ਪਹਿਲੀ ਜਿਹੜੀ ਮੰਗ ਹੈ ਸੰਗਤ ਦੀ ਕਿ ਜਥੇਦਾਰ ਰਘਬੀਰ ਸਿੰਘ ਅਸਤੀਫਾ ਦੇਣ। ਦੂਸਰੀ ਜਿਹੜੀ ਮੰਗ ਹੈ, ਇਹਨਾਂ ਨੇ ਬੜਾ ਜਿਹੜਾ ਪੁਆਇੰਟ ਚੁੱਕਿਆ ਕਿ ਸੀਸੀਟੀਵੀ ਦੀ ਜਿਹੜੀ ਫੁਟੇਜ ਹੈ ਉਹਨੂੰ ਜਨਤਕ ਕੀਤਾ ਜਾਵੇ ਤਾਂ ਕਿ ਸਿੱਖ ਸੰਗਤ ਨੂੰ ਪਤਾ ਲੱਗੇ ਕਿ ਘਟਨਾ ਵਾਪਰੀ ਕਿਵੇਂ ਹੈ, ਕੁਤਾਹੀ ਕਿਵੇਂ ਹੋਈ ਹੈ, ਕਿੱਥੇ ਕੁਤਾਹੀ ਹੋਈ ਹੈ, ਤਾਂ ਕਿ ਪ੍ਰਬੰਧਾਂ ਨੂੰ ਉੱਥੇ ਜਿਹੜਾ ਦਰੁਸਤ ਕੀਤਾ ਜਾ ਸਕੇ। ਤੀਸਰਾ ਜਿਹੜਾ ਇਤਰਾਜ਼ ਹੈ ਮਰਿਆਦਾ ਨੂੰ ਲੈ ਕੇ ਕਿ ਜਿੱਥੇ ਬੇਅਦਬੀ ਹੋਈ ਹੈ ਦਰਬਾਰ ਦੇ ਅੰਦਰ, ਤਾਂ ਉਸ ਥਾਂ ਨੂੰ ਮੁੜ ਕੇ ਜਿਹੜਾ ਸਵੱਛ ਕਿਉਂ ਨਹੀਂ ਕੀਤਾ ਗਿਆ, ਦਰਬਾਰ ਨੂੰ ਕਿਉਂ ਨਹੀਂ ਧੋਤਾ ਗਿਆ, ਸਿਰਫ ਉੱਥੇ ਕੱਪੜਾ ਜਿਹੜਾ ਮਾਰ ਕੇ ਤੇ ਚਾਦਰਾਂ ਨੇ ਜਿਹੜੀਆਂ ਬਦਲ ਦਿੱਤੀਆਂ ਗਈਆਂ, ਹੋਰ ਕੁਝ ਵੀ ਨਹੀਂ ਕੀਤਾ ਗਿਆ। ਤੇ ਬੀਬੀ ਜੀ ਨੇ ਜਿਹੜਾ ਇਤਰਾਜ਼ ਜ਼ਾਹਿਰ ਕੀਤਾ ਕਿ ਜਿਸ ਵਕਤ ਦੋਸ਼ੀ ਨੂੰ ਫੜਿਆ ਗਿਆ ਤਾਂ ਉਸ ਦੇ ਕਿਸੇ ਨੂੰ ਹੱਥ ਵੀ ਨਹੀਂ ਲਾਉਣ ਦਿੱਤਾ ਗਿਆ, ਚੁੱਪ ਚਪੀਤੇ ਜਿਹੜਾ ਉਹਨੂੰ ਥਾਣੇ ਲਿਜਾਇਆ ਗਿਆ, ਸਿੱਖ ਸੰਗਤ ਜਿਹੜੀ ਹੈ ਉਸ ਤੋਂ ਛੁਪਾ ਕੇ ਇਸ ਚੀਜ਼ ਨੂੰ ਰੱਖਿਆ ਗਿਆ। ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਬਿਲਕੁਲ ਨਹੀਂ, ਕਿਸੇ ਨੂੰ ਪਤਾ ਲੱਗਾ, ਪਤਾ ਨਹੀਂ ਲੱਗਾ। ਹਾਂਜੀ ਜੀ ਬਿਲਕੁਲ। ਸੋ ਇਹ ਬੀਬੀ ਜੀ ਨੇ ਸਾਰਾ ਅੰਦਰ ਮੌਜੂਦ ਸੀ, ਉਹਨਾਂ ਨੇ ਸਾਰੀ ਜਾਣਕਾਰੀ ਦਿੱਤੀ ਹੈ। ਵੀਡੀਓ ਜਰਨਲਿਸਟ ਹਰਵਿੰਦਰ ਸਿੰਘ ਦੇ ਨਾਲ ਹਰਸ਼ਰਨ ਕੌਰ ਦਾ ਖਾਲਸ ਟੀਵੀ ਲਈ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਤੋਂ ਖਾਸ ਰਿਪੋਰਟ।